ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਿਰਭੈ ਪੋਸਟ ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਇਸ ਗੱਲ ਵਿੱਚ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਕੋਈ ਅਤਕਥਨੀ ਨਹੀਂ ਕਿ ਕੈਨੇਡਾ ਸਾਡੇ ਸੁਪਨਿਆਂ ਦੀ ਧਰਤੀ ਹੈ। ਅਸੀਂ ਪੰਜਾਬੀ ਹਰ ਹੀਲੇ ਇੱਥੇ ਵਸਣਾ ਚਾਹੁੰਦੇ ਹਾਂ, ਪੱਕੇ ਹੋਣਾ ਚਾਹੁੰਦੇ ਹਾਂ। ਇਸੇ ਲਈ ਸਾਡੇ ਅੰਤਰਰਾਸ਼ਟਰੀ ਸਟੂਡੈਂਟ ਇੱਥੇ ਵੱਡੀ ਮਾਤਰਾ ਵਿੱਚ ਪਹੁੰਚ ਰਹੇ ਹਨ ਤੇ ਇੱਕ ਚੰਗੀ ਗੱਲ ਵੀ ਹੈ। ਇਹ ਦੇਸ਼ ਸੰਭਾਵਨਾਵਾਂ ਦਾ ਦੇਸ਼ ਹੈ, ਸੁਪਨਿਆਂ ਦਾ ਦੇਸ਼ ਹੈ, ਭਵਿੱਖ ਹੈ। ਸੋ ਇੱਥੇ ਆਉਣਾ, ਮਿਹਨਤ ਕਰਨੀ, ਵਸਣਾ ਕੋਈ ਬੁਰਾਈ ਨਹੀਂ। ਪਰ ਕਈ ਵਾਰ ਇਹ ਸੁਪਨਾ ਪੂਰਾ ਕਰਨ ਲਈ ਅਸੀਂ ਠੱਗ ਏਜੰਟਾਂ ਦੀ ਮਦਦ ਲੈ ਲੈਂਦੇ ਹਾਂ ਤੇ ਉਹ ਸਾਡੇ ਗਲਤ ਪੇਪਰ ਲਾ ਕੇ ਸਾਨੂੰ ਇੱਥੇ ਭੇਜ ਦਿੰਦੇ ਹਨ ਤੇ ਫਿਰ ਸਾਨੂੰ ਬਹੁਤ ਮੁਸੀਬਤਾਂ ਝੱਲਣੀਆਂ ਪੈਂਦੀਆਂ ਨੇ। ਕੁਝ ਇਸੇ ਤਰ੍ਹਾਂ ਦੀ ਘਟਨਾ ਇੱਥੇ ਬਾਰਡਰ ਉੱਪਰ ਵਾਪਰੀ ਹੈ। ਬਾਰਡਰ ਦੀ ਸਿਕਿਉਰਿਟੀ ਫੋਰਸ ਨੇ ਬਹੁਤ ਸਾਰੇ ਪੰਜਾਬੀ ਔਰ ਕਈ ਹੋਰ ਵਿਦਿਆਰਥੀਆਂ ਨੂੰ ਵੀ ਤਲਬ ਕੀਤਾ ਹੈ ਜਿਨ੍ਹਾਂ ਦੇ ਪੇਪਰ ਜਾਲੀ ਪਾਏ ਗਏ। ਹੁਣ ਉਹਨਾਂ 'ਤੇ ਇਨਕੁਆਇਰੀ ਚੱਲੇਗੀ ਔਰ ਰੱਬ ਨਾ ਕਰੇ ਸ਼ਾਇਦ ਉਹਨਾਂ ਨੂੰ ਡਿਪੋਰਟ ਵੀ ਕਰ ਦੇਣ। ਇਹ ਡਿਪੈਂਡ ਕਰਦਾ ਹੈ ਕਿ ਉਸ ਇਨਕੁਆਇਰੀ ਵਿੱਚੋਂ ਕੀ ਨਿਕਲਦਾ ਹੈ। ਸੋ ਇਸੇ ਲਈ ਅਸੀਂ ਅੱਜ ਨਿਰਭੈ ਪੋਸਟ ਦੇ ਮੈਨੇਜਮੈਂਟ ਨੇ ਇਹ ਸੋਚਿਆ ਕਿ ਕਿਉਂ ਨਾ ਅਸੀਂ ਇੱਥੇ ਵਸਦੇ ਕਿਸੇ ਮਾਹਿਰ ਨਾਲ, ਇਮੀਗ੍ਰੇਸ਼ਨ ਮਾਹਿਰ ਨਾਲ ਤੁਹਾਡੀ ਗੱਲਬਾਤ ਕਰਵਾਈਏ ਜਿਹੜੇ ਕਿ ਤੁਹਾਨੂੰ ਕੈਨੇਡਾ ਸਟੂਡੈਂਟ ਵੀਜ਼ਾ ਬਾਰੇ ਅਹਿਮ ਨੁਕਤੇ ਦੇ ਸਕਣ। ਇਸੇ ਲਈ ਮੈਂ ਅੱਜ ਆਪ ਸਭ ਜੀ ਦੀ ਕੈਨੇਡਾ ਦੇ ਇਮੀਗ੍ਰੇਸ਼ਨ ਵਿਸ਼ਿਆਂ ਦੇ ਮਾਹਿਰ CICC ਮੈਂਬਰ ਪੁਨੀਤ ਦੰਦੋਨਾ ਜੀ ਨਾਲ ਆਪ ਜੀ ਦੀ ਮੁਲਾਕਾਤ ਕਰਵਾ ਰਹੀ ਹਾਂ। ਆਓ ਕੈਨੇਡਾ ਸਟੂਡੈਂਟ ਵੀਜ਼ਾ ਲਈ ਇਹਨਾਂ ਤੋਂ ਕੁਝ ਅਹਿਮ ਨੁਕਤੇ ਸਮਝਦੇ ਹਾਂ। ਪੁਨੀਤ ਜੀ, ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਆਪਣੇ ਚੈਨਲ ਤੇ ਬਹੁਤ-ਬਹੁਤ ਸਵਾਗਤ ਕਰਦੀ ਹਾਂ ਔਰ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪ ਜੀ ਨੂੰ ਰਿਕੁਐਸਟ ਕਰਾਂਗੀ ਕਿ ਥੋੜਾ ਜਿਹਾ ਤੁਸੀਂ ਆਪਣੇ ਬਾਰੇ ਦਰਸ਼ਕਾਂ ਨੂੰ ਦੱਸੋ। ਸੋ ਫਸਟ ਆਫ ਆਲ ਮੈਂ ਸਭ ਦਾ ਇੱਥੇ ਜਿੰਨੇ ਵੀ ਵਿਊਅਰਸ ਨੇ ਉਹਨਾਂ ਦਾ ਵੈਲਕਮ ਕਰਦਾ ਹਾਂ ਐਂਡ ਸਤਿ ਸ਼੍ਰੀ ਅਕਾਲ ਟੂ ਆਲ। ਸੋ ਮੇਰਾ ਨਾਮ ਪੁਨੀਤ ਹੈ, ਪੁਨੀਤ ਦੰਦੋਨਾ। ਸੋ ਜਿਹੜੀ ਮੇਰੀ ਕੰਪਨੀ ਹੈ ਉਹਦਾ ਨੇਮ ਹੈ ਹਾਈਰੇਜ਼ ਇਮੀਗ੍ਰੇਸ਼ਨ ਸਰਵਿਸਿਜ਼ ਐਂਡ ਅਸੀਂ ਐਬਟਸਫੋਰਡ ਵਿਖੇ ਸਥਿਤ ਹਾਂ ਕੈਨੇਡਾ ਦੇ ਵਿੱਚ ਐਂਡ ਅਸੀਂ ਹਰੇਕ ਤਰ੍ਹਾਂ ਦੀ ਜਿਹੜੀ ਇੱਥੇ ਇਮੀਗ੍ਰੇਸ਼ਨ ਸੇਵਾਵਾਂ ਪ੍ਰੋਵਾਈਡ ਕਰ ਰਹੇ ਹਾਂ ਜਿਹੜੇ ਸਾਡੇ ਕਸਟਮਰਸ ਨੇ, ਜਿਹੜੇ ਸਾਡੇ ਕਲਾਇੰਟਸ ਨੇ। ਐਂਡ ਅੱਜ ਜਿਹੜੇ ਹੈ ਸਾਡੇ ਕੋਲ ਨਿਰਭੈ ਪੋਸਟ ਵਾਲੇ ਜਿਹੜੇ ਪੱਤਰਕਾਰ ਸੀਗੇ ਇਹ ਆਏ ਨੇ ਐਂਡ ਇਹ ਕੁਛ ਸਟੱਡੀ ਵੀਜ਼ਾ ਬਾਰੇ ਜਾਣਨਾ ਜਿਹੜੇ ਚਾਹੁੰਦੇ ਨੇ ਦਰਸ਼ਕ। ਸੋ ਉਹਨਾਂ ਲਈ ਇਹ ਸਪੈਸ਼ਲੀ ਵੀਡੀਓ ਹੈ। ਸੋ ਆਪਾਂ ਸਟਾਰਟ ਕਰਦੇ ਹਾਂ ਇਹ ਚੀਜ਼ ਐਂਡ ਹਾਂਜੀ, ਥੈਂਕ ਯੂ ਪੁਨੀਤ ਜੀ। ਸਭ ਤੋਂ ਪਹਿਲਾਂ ਜਿਹੜਾ ਕੁਐਸਚਨ ਜਦੋਂ ਅਸੀਂ ਸਟੂਡੈਂਟ ਵੀਜ਼ਾ ਬਾਰੇ ਗੱਲ ਕਰਦੇ ਹਾਂ ਤੇ ਜਿਹੜੀ ਪਹਿਲੀ ਚੀਜ਼ ਸਾਡੇ ਦਿਮਾਗ ਵਿੱਚ ਆਉਂਦੀ ਹੈ ਵੀ ਸਟੂਡੈਂਟ ਵੀਜ਼ਾ ਲਈ ਐਲੀਜੀਬਲ ਕੌਣ ਹੈ, ਕੌਣ ਸਟੂਡੈਂਟ ਵੀਜ਼ਾ ਲੈ ਸਕਦਾ ਹੈ। ਜੇ ਆਪਾਂ ਸਟੂਡੈਂਟ ਵੀਜ਼ਾ ਦੀ ਗੱਲ ਕਰੀਏ ਅੱਜ ਕੱਲ੍ਹ ਤੇ ਇਹ ਸਭ ਤੋਂ ਇੱਕ ਜਦੋਂ ਆਪਾਂ ਪੰਜਾਬੀ ਦੇ ਵਿੱਚ ਕਹਿ ਦਈਏ ਤੇ ਭਖਿਆ ਹੋਇਆ ਵਿਸ਼ਾ ਹੈ ਅੱਜ ਕੱਲ੍ਹ ਦਾ, ਹੌਟਲੀ ਡਿਬੇਟੇਬਲ ਇਟ ਇਜ਼। ਐਂਡ ਜੇ ਆਪਾਂ ਇਹਦੀ ਗੱਲ ਕਰਦੇ ਹਾਂ ਸੋ ਸਟੱਡੀ ਵੀਜ਼ਾ ਲਈ ਜਿਹੜੇ 10th ਕਲਾਸ ਤੋਂ ਨੀਚੇ ਜਿਹੜੇ ਬੱਚੇ ਨੇ ਉਹ ਵੀ ਐਲੀਜੀਬਲ ਹੁੰਦੇ ਆ। ਭਾਵ ਕਿ ਜੇ ਆਪਾਂ ਪੰਜਾਬੀ 'ਚ ਕਹਿ ਦਈਏ ਜਿਹੜੇ 10ਵੀਂ ਤੋਂ ਨੀਚੇ ਬੱਚੇ ਨੇ ਉਹ ਵੀ ਐਲੀਜੀਬਲ ਨੇ, ਉਹਨਾਂ ਨੂੰ ਸਕੂਲਿੰਗ ਵੀਜ਼ਾ ਕਹਿ ਦਿੰਦੇ ਆ। ਔਰ ਅਗਰ ਆਪਾਂ ਜਿਹੜੇ +2 ਤੋਂ ਬਾਅਦ ਜਿਹੜੇ ਕਿ ਮੋਸਟਲੀ ਜਿਹੜੇ ਸਟੂਡੈਂਟ ਹੁੰਦੇ ਆ ਗ੍ਰੇਡ 12 ਆਪਣੀ ਕਰਨ ਤੋਂ ਬਾਅਦ ਇੰਡੀਆ ਤੋਂ ਮਾਈਗ੍ਰੇਟ ਹੋਣਾ ਚਾਹੁੰਦੇ ਆ ਕੈਨੇਡਾ ਦੇ ਵਿੱਚ, ਸੋ ਉਹਨੂੰ ਆਪਾਂ ਬੇਸਿਕਲੀ ਜਿਹੜੇ ਪੰਜਾਬੀ ਦੇ ਵਿੱਚ ਉਹਨੂੰ ਆਪਾਂ ਸਟੱਡੀ ਵੀਜ਼ਾ ਜ਼ਿਆਦਾ ਕੋਰਿਲੇਟ ਉਹਨੂੰ ਕਰਦੇ ਆ। ਸੋ ਸਟੱਡੀ ਵੀਜ਼ਾ ਦੇ ਲਈ ਆਪਾਂ ਨੂੰ ਜਿਹੜੀਆਂ ਰਿਕੁਆਇਰਮੈਂਟਸ ਹੁੰਦੀਆਂ ਆ ਉਹ ਬਹੁਤ ਸਿੰਪਲ ਹੈਗੀਆਂ ਆ। ਐਂਡ ਅਗਰ ਤੁਸੀਂ ਜਿਹੜੀ ਐਮਬੈਸੀ ਦੀ ਵੈਬਸਾਈਟ ਆ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੜੀ ਹੀ ਵਧੀਆ ਤਰੀਕੇ ਨਾਲ ਉਹ ਵੈਬਸਾਈਟ ਡਿਜ਼ਾਈਨ ਕੀਤੀ ਗਈ ਹੈ। ਬਟ ਅਗਰ ਤੁਸੀਂ ਇੱਕ ਪ੍ਰੋਫੈਸ਼ਨਲ ਦੀ ਸਲਾਹ ਲੈਂਦੇ ਹੋ ਸੋ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੇ ਸਟੱਡੀ ਵੀਜ਼ਾ ਹੈ ਉਹਦੇ ਵਿੱਚ ਆਪਾਂ ਨੂੰ ਕੁਝ ਕੁ ਮੇਨ ਰਿਕੁਆਇਰਮੈਂਟਸ ਹੈ ਜਿਹਦਾ ਧਿਆਨ ਰੱਖਣਾ ਪੈਂਦਾ ਹੈ ਤੇ ਜਿਹੜੀ ਸਫਲਤਾ ਹੈ ਉਸ ਦੇ ਵਿੱਚ ਆਪਾਂ ਹਾਸਲ ਕਰ ਸਕਦੇ ਹਾਂ। ਪਹਿਲੀ ਚੀਜ਼ ਜਿਹੜੀ ਹੁੰਦੀ ਹੈ ਸਟੂਡੈਂਟ ਵੀਜ਼ਾ ਦੇ ਵਿੱਚ ਹੀ ਤੁਹਾਡੇ ਜਿਹੜੇ ਗ੍ਰੇਡ 12 ਜਿਹਨੂੰ ਆਪਾਂ +2 ਕਹਿ ਦਿੰਦੇ ਆ ਪੰਜਾਬੀ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ, ਸੋ ਉਹਦੇ ਵਿੱਚ ਤੁਹਾਡੇ ਜਿਹੜੇ ਮਾਰਕਸ ਹੈ ਉਹ ਸਭ ਤੋਂ ਵੱਡੀ ਚੀਜ਼ ਹੁੰਦੀ ਹੈ। ਅਗਰ ਤੁਹਾਡੇ ਮਾਰਕਸ ਕਿਸੇ ਵੀ ਸਬਜੈਕਟ ਦੇ ਵਿੱਚ 50% ਤੋਂ ਘੱਟ ਨੇ ਸੋ ਇਹ ਇੱਕ ਪ੍ਰੋਬਲਮ ਦਾ ਵਿਸ਼ਾ ਹੁੰਦਾ ਆ। ਐਂਡ ਜੇ ਤੁਹਾਡੇ ਸਾਰੇ ਸਬਜੈਕਟਸ ਦੇ ਵਿੱਚ ਮਾਰਕਸ ਵਧੀਆ ਨੇ ਐਂਡ 50% ਤੋਂ ਸਾਰੇ ਅਬਵ ਨੇ ਐਂਡ ਜਿਹੜਾ ਤੁਹਾਡਾ ਮੇਨ ਸਟਰੀਮ ਸੀ, ਤੁਸੀਂ ਆਰਟਸ ਦੇ ਸਟੂਡੈਂਟ ਹੋ, ਤੁਸੀਂ ਕਾਮਰਸ ਦੇ ਸਟੂਡੈਂਟ ਹੋ, ਤੁਸੀਂ ਹਿਊਮੈਨਿਟੀਜ਼ ਦੇ ਸਟੂਡੈਂਟ ਹੋ ਜਾਂ ਤੁਸੀਂ ਮੈਡੀਕਲ ਦੇ ਸਟੂਡੈਂਟ ਹੋ, ਨਾਨ ਮੈਡੀਕਲ ਸਟੂਡੈਂਟ ਹੋ, ਸੋ ਉਸੇ ਹਿਸਾਬ ਦੇ ਨਾਲ ਆਪਾਂ ਜਿਹੜੇ ਹੈ ਕਾਲਜ ਦੀ ਅੱਗੇ ਆਫਰ ਲੈਟਰ ਅਪਲਾਈ ਕਰੀਦੀ ਹੈ। ਸੋ ਜਿਹੜੀ ਫਸਟ ਐਂਡ ਦਾ ਫੋਰਮੋਸਟ ਰਿਕੁਆਇਰਮੈਂਟ ਹੈਗੀ ਹੈ ਸਟੂਡੈਂਟ ਵੀਜ਼ਾ ਦੀ ਉਹ ਹੈਗੀ ਹੈ ਜੀ ਲੈਟਰ ਆਫ ਅਸੈਪਟੈਂਸ, ਤੇ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਕਾਲਜ ਜਿਹੜਾ ਹੈ ਇੱਥੋਂ ਕੈਨੇਡਾ ਦਾ ਸਾਨੂੰ ਇੱਕ ਚਿੱਠੀ ਭੇਜਦਾ ਹੈ ਜਿਹਦੇ ਰਾਹੀਂ
ਅਸੀਂ ਉਸ ਕਾਲਜ ਦੇ ਵਿੱਚ ਐਡਮਿਸ਼ਨ ਲੈਣ ਲਈ ਐਲੀਜੀਬਲ ਹੁੰਦੇ ਹਾਂ। ਸੋ ਇਹ ਸਾਨੂੰ ਕਾਲਜ ਇੱਕ ਸਾਨੂੰ ਅਸੈਪਟੈਂਸ ਲੈਟਰ ਭੇਜਦਾ ਹੈ, ਜਿਹਦੇ ਨਾਲ ਜਿਹੜੀ ਕਿ ਸਾਡੇ ਫਾਈਲ ਦੇ ਵਿੱਚ ਲੱਗਦੀ ਹੈ, ਇਹ ਆਫਰ ਲੈਟਰ ਜਿਹਨੂੰ ਆਪਾਂ ਵੀ ਕਹਿ ਦਿੰਦੇ ਹਾਂ। ਜੀ ਤੇ ਐਂਡ ਇਹਦੇ ਨਾਲ ਆਪਾਂ ਨੂੰ ਜਿਹੜੇ ਆ ਆਇਲਸ ਦੇ ਬੈਂਡ ਸਕੋਰ ਜਿਹੜੇ ਹੈ ਉਹ ਵੀ ਆਪਾਂ ਨੂੰ ਦਿਖਾਉਣੇ ਪੈਂਦੇ ਆ ਉਹਦੇ ਵਿੱਚ। ਜੀ ਤੇ ਪੁਨੀਤ ਜੀ, ਇਹਦੇ ਲਈ ਕਿੰਨੇ ਕੁ ਫੰਡਸ ਦੀ ਲੋੜ ਹੁੰਦੀ ਆ? ਔਰ ਨਾਲ ਹੀ ਮੈਂ ਵੀ ਐਡ ਕਰਨਾ ਚਾਹੂੰਗੀ ਕਿ ਫੰਡਸ ਸਟੂਡੈਂਟਸ ਨੂੰ ਕੌਣ ਪ੍ਰੋਵਾਈਡ ਕਰ ਸਕਦਾ, ਤੇ ਜਿਹੜਾ ਬੈਂਕ ਬੈਲੈਂਸ ਆ ਪੇਰੈਂਟਸ ਦਾ ਜਾਂ ਸਟੂਡੈਂਟ ਦਾ, ਉਹ ਕਿੰਨਾ ਕੁ ਹੋਣਾ ਚਾਹੀਦਾ? ਜੇ ਆਪਾਂ ਅੱਜ ਫੰਡਸ ਦੀ ਗੱਲ ਕਰਦੇ ਹਾਂ, ਸੋ ਫੰਡਸ ਦੇ ਲਈ ਹਰੇਕ ਕਾਲਜ ਤੇ ਯੂਨੀਵਰਸਿਟੀ ਦੇ ਅਲੱਗ-ਅਲੱਗ ਜਿਹੜੇ ਕੋਰਸਿਸ ਹੈ ਉਹਨਾਂ ਦੀ ਅਲੱਗ-ਅਲੱਗ ਫੀਸ ਸਟਰਕਚਰ ਹੁੰਦੀ ਹੈ ਜੀ। ਉਹਨਾਂ ਦੇ ਅਲੱਗ-ਅਲੱਗ ਜਿਹੜੇ ਹੈ ਫੀਸ ਹੁੰਦੀ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਸੋ ਜਿਹੜੇ ਸਾਡੇ ਕੋਲ ਕਾਲਜਸ ਤੇ ਯੂਨੀਵਰਸਿਟੀਜ਼ ਨੇ ਉਹ ਸ਼ੁਰੂ ਹੋ ਜਾਂਦੇ ਆ ਜੀ $10,000 ਤੋਂ ਲੈ ਕੇ ਤੇ 20 ਤੋਂ ਲੈ ਕੇ $25,000 ਤੱਕ ਸਾਡੇ ਕੋਲ ਜਿਹੜੀ ਕਾਲਜ ਤੇ ਯੂਨੀਵਰਸਿਟੀਜ਼ ਹੈ 1 ਸਾਲ ਦੀ ਜਿਨ੍ਹਾਂ ਦੀ ਫੀ ਹੁੰਦੀ ਹੈ ਇੰਨੀ, ਸੋ ਉਹ ਅਵੇਲੇਬਲ ਨੇ। ਸੋ 10 ਤੋਂ ਲੈ ਕੇ 20,000 ਤੁਸੀਂ ਐਵਰੇਜ ਲਾ ਕੇ ਚਲੋ। ਜੇ ਤੁਸੀਂ ਐਵਰੇਜ ਵਿੱਚ ਵੀ ਲਾ ਕੇ ਚੱਲਣੀ ਹੈ, ਤੁਸੀਂ ਇੱਕ ਸਹੀ ਐਵਰੇਜ ਜਿਹੜੀ ਹੈਗੀ ਆ 13 ਤੋਂ 18,000 ਦੇ ਵਿੱਚ ਆਪਾਂ ਨੂੰ ਇੱਕ ਕਾਲਜ ਜਾਂ ਯੂਨੀਵਰਸਿਟੀ ਮਿਲ ਜਾਂਦੀ ਹੈ ਜਿਹਦੇ ਵਿੱਚ ਆਪਾਂ ਐਡਮਿਸ਼ਨ ਲੈ ਸਕਦੇ ਹਾਂ। ਔਰ ਉਸ ਤੋਂ ਇਲਾਵਾ ਇੱਕ ਆਪਾਂ ਨੂੰ GIC ਫੰਡਸ ਜਿਹੜੇ ਹੈ ਉਹ ਸ਼ੋ ਕਰਨੇ ਪੈਂਦੇ ਨੇ। ਸੋ ਉਹ ਸਿਰਫ ਤੇ ਸਿਰਫ $10,000 ਹੀ ਹੁੰਦੇ ਨੇ। ਸੋ ਜੇ ਆਪਾਂ ਪੰਜਾਬੀ ਦੇ ਵਿੱਚ ਕਹਿ ਦਈਏ ਤਾਂ 6 ਲੱਖ ਦੇ ਅਰਾਊਂਡ ਜਿਹੜੇ ਹੈ ਫੰਡਸ ਆਪਾਂ ਨੂੰ ਜਿਹੜੇ ਇੱਥੇ ਬੈਂਕ ਅਕਾਊਂਟ ਦੇ ਵਿੱਚ ਜਮ੍ਹਾਂ ਕਰਾਉਣੇ ਪੈਂਦੇ ਆ। ਤੁਸੀਂ ਸਕੋਸ਼ੀਆ ਬੈਂਕ ਦੇ ਵਿੱਚ ਜਿਹੜੇ ਜਮ੍ਹਾਂ ਕਰਾ ਸਕਦੇ ਹੋ। ਸੋ ਤੁਹਾਡਾ GIC ਅਮਾਊਂਟ ਹੁੰਦਾ ਉਹ ਤੁਹਾਨੂੰ ਵਾਪਸ ਮਿਲ ਜਾਣਾ ਹੁੰਦਾ, ਪਰ 1 ਸਾਲ ਦੇ ਵਿੱਚ ਉਹ ਤੁਹਾਨੂੰ ਸਾਰਾ ਵਾਪਸ ਮਿਲ ਜਾਂਦਾ ਜਦੋਂ ਤੁਸੀਂ ਕੈਨੇਡਾ ਆ ਜਾਂਦੇ ਹੋ। ਇਸ ਤੋਂ ਇਲਾਵਾ ਜੇ ਤੁਸੀਂ ਫੰਡਸ ਦੀ ਗੱਲ ਕਰੋ ਤੇ ਫੰਡਸ ਦੇ ਤੁਹਾਨੂੰ 에ਅਰ ਟਿਕਟਸ ਲਈ ਚਾਹੀਦੇ ਆ, ਉਹ ਹੈਗੇ ਆ ਜਿਹੜੇ ਤੁਸੀਂ ਅੱਜ ਦੇ ਐਗਜ਼ਾਮ ਦੇਣੇ ਆ ਉਹ ਹੈਗੇ ਆ। ਇਸ ਤੋਂ ਇਲਾਵਾ ਕੋਈ ਖਾਸ ਹੋਰ ਫੰਡਸ ਜਿਹੜੇ ਆ ਨਹੀਂ ਚਾਹੀਦੇ। ਇੱਕ ਹੋਰ ਕੁਐਸਚਨ ਜਿਹੜਾ ਹੈ ਉਹ ਰੇਜ਼ ਹੁੰਦਾ ਕਿ ਜਿਹੜੇ ਫੰਡਸ ਨੇ ਉਹ ਸਿਰਫ ਇਕੱਲੇ ਅਸੀਂ ਮਾਪਿਓ ਦੇ ਹੀ ਸ਼ੋਅ ਕਰ ਸਕਦੇ ਹਾਂ, ਜਾਂ ਆਪਾਂ ਜਿਹੜੇ ਸਾਡੇ ਰਿਸ਼ਤੇਦਾਰ ਨੇ ਜਾਂ ਸਾਡੇ ਜਿਹੜੇ ਸਪੋਰਟਰਸ ਨੇ ਜਿਹੜੇ ਕੈਨੇਡਾ ਦੇ ਵਿੱਚ ਜਿਹੜੇ ਸਾਨੂੰ ਸਪੋਰਟ ਕਰਨ ਲਈ ਰਾਜੀ ਨੇ, ਸੋ ਅਸੀਂ ਉਹਨਾਂ ਦੇ ਵੀ ਫੰਡਸ ਸ਼ੋਅ ਕਰ ਸਕਦੇ ਹਾਂ। ਸੋ ਜਿਹੜਾ ਇਹਦਾ ਆਨਸਰ ਹੈਗਾ ਜੀ ਯੈਸ। ਸੋ ਤੁਸੀਂ ਜਿਹੜੇ ਅਗਰ ਤੁਹਾਨੂੰ ਕੋਈ ਕੈਨੇਡਾ ਦੇ ਵਿੱਚ ਇੱਥੇ ਸਪੋਰਟ ਕਰਦਾ ਹੈ, ਸੋ ਤੁਸੀਂ ਉਹਨਾਂ ਤੋਂ ਇੱਕ ਐਫੀਡੇਵਿਟ ਲਗਾ ਸਕਦੇ ਹੋ ਐਂਡ ਉਹਨਾਂ ਦੀ ਜਿਹੜੀ ਨਾਲ ਬੈਂਕ ਸਟੇਟਮੈਂਟ ਹੈ ਵੀ ਉਹ ਕਿੰਨੇ ਕੁ ਫਾਈਨੈਂਸ਼ੀਅਲੀ ਸਟਰੋਂਗ ਨੇ, ਕਿ ਉਹ ਤੁਹਾਨੂੰ ਸਪੋਰਟ ਕਰ ਸਕਦੇ ਹੈ ਜਾਂ ਨਹੀਂ, ਉਹ ਦੇਖ ਕੇ ਆਪਾਂ ਲਗਾ ਸਕਦੇ ਹਾਂ। ਕਿ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਜਿਹੜੇ ਮਾਪਿਓ ਹੀ ਹੈ ਉਹੀ ਸਿਰਫ ਤੁਹਾਨੂੰ ਸਪੋਰਟ ਕਰ ਸਕਦੇ ਆ, ਤੁਹਾਨੂੰ ਕੋਈ ਵੀ ਸਪੋਰਟ ਕਰ ਸਕਦਾ ਤੁਹਾਡੀ ਸਟੱਡੀ ਦੇ ਲਈ। ਤੁਹਾਡੇ ਮਾਪਿਓ ਵੀ ਹੋ ਸਕਦੇ ਆ, ਤੁਹਾਡੇ ਹਸਬੈਂਡ ਵੀ ਹੋ ਸਕਦੇ ਆ, ਤੇ ਉਹ ਤੁਹਾਡੇ ਇਨ-ਲਾਜ਼ ਵੀ ਹੋ ਸਕਦੇ ਆ, ਉਹ ਤੁਹਾਡੇ ਕੋਈ ਰਿਸ਼ਤੇਦਾਰ ਵੀ ਹੋ ਸਕਦੇ ਜਿਹੜੇ ਕਿ ਆਲਰੇਡੀ ਕੈਨੇਡਾ ਦੇ ਵਿੱਚ ਨੇ ਜੀ। ਤੇ ਪੁਨੀਤ ਜੀ, ਐਡਮਿਸ਼ਨ ਕਾਲਜ ਵਿੱਚ ਲੈਣੀ ਚਾਹੀਦੀ ਹੈ ਜਾਂ ਸਟੂਡੈਂਟ ਨੂੰ ਯੂਨੀਵਰਸਿਟੀ ਪ੍ਰੈਫਰ ਕਰਨੀ ਚਾਹੀਦੀ ਹੈ? ਤੁਸੀਂ ਕੀ ਕਹਿਣਾ ਚਾਹੋਗੇ? ਕਾਲਜ ਤੇ ਯੂਨੀਵਰਸਿਟੀ ਦੇ ਵਿੱਚ ਫਰਕ ਇਹ ਹੁੰਦਾ ਜੀ ਇੱਥੇ ਕਿ ਕਾਲਜ 'ਚ ਕਲਾਸਿਸ ਜਿਹੜੀਆਂ ਹੁੰਦੀਆਂ ਆ ਨਾਰਮਲੀ ਆਪਾਂ ਕਹਿ ਦਈਏ ਤੇ ਘੱਟ ਦਿਨ ਹੁੰਦੀਆਂ ਆ, ਤੇ ਜਿਹੜੇ ਕੋਰਸਿਸ ਹੈ ਥੋੜੇ ਜਿਹੇ ਈਜ਼ੀ ਹੁੰਦੇ ਆ ਐਜ਼ ਕੰਪੇਅਰ ਟੂ ਦਾ ਯੂਨੀਵਰਸਿਟੀਜ਼ ਦੀ ਆਪਾਂ ਗੱਲ ਕਰੀਏ ਥੋੜੀਆਂ ਜਿਹੀ ਸਟ੍ਰਿਕਟ ਹੁੰਦੀਆਂ ਜੀ ਉਹ ਮਾਰਕਿੰਗ ਸਕੀਮ ਦੇ ਵਿੱਚ, ਬਿਕੋਜ਼ ਜਿਹੜਾ ਉਹਨਾਂ ਦਾ ਮਾਰਕਿੰਗ ਕ੍ਰਾਈਟੇਰੀਆ ਹੁੰਦਾ ਜਿਹਨੂੰ ਆਪਾਂ ਕਹਿ ਦਿੰਦੇ ਆ ਨੰਬਰ ਦੇਣ ਵਾਲਾ ਸਿਸਟਮ ਹੈ ਉਹਨਾਂ ਦਾ, ਉਹ ਥੋੜਾ ਸਟ੍ਰਿਕਟ ਹੁੰਦਾ ਆ ਐਜ਼ ਕੰਪੇਅਰ ਟੂ ਦਾ ਕਾਲਜਸ। ਸੋ ਕਾਲਜਸ ਜਿਹੜੇ ਹੁੰਦੇ ਆ ਅਸੀਂ ਜਿਹੜੇ ਮੀਡੀਓਕਰ ਜਿਹੜੇ ਸਟੂਡੈਂਟਸ ਹੁੰਦੇ ਆ ਜਿਹੜੇ ਪੜ੍ਹਾਈ 'ਚ ਠੀਕ ਠਾਕ ਹੁੰਦੇ ਆ, ਸੋ ਅਸੀਂ ਇਹਨਾਂ ਨੂੰ ਆਲਵੇਜ਼ ਕਾਲਜ ਹੀ ਦਿੰਦੇ ਆ, ਪ੍ਰੈਫਰ ਕਰਦੇ ਆ। ਤੇ ਜਿਹੜੇ ਕਿ ਬਹੁਤ ਹੀ ਜ਼ਿਆਦਾ ਬ੍ਰਾਈਟ ਸਟੂਡੈਂਟਸ ਨੇ ਉਹ ਯੂਨੀਵਰਸਿਟੀ ਦੇ ਵਿੱਚ ਵੀ ਐਡਮਿਸ਼ਨ ਲੈ ਸਕਦੇ ਨੇ। ਜਿਹੜੇ ਚਾਂਸਿਸ ਨੇ ਯੂਨੀਵਰਸਿਟੀ ਦੇ ਵਿੱਚ ਅਗਰ ਤੁਸੀਂ ਐਡਮਿਸ਼ਨ ਲਵੋ ਤਾਂ ਵੀਜ਼ਾ ਦੇ ਚਾਂਸਿਸ ਵੀ ਹੈ ਉਹ ਵਧੀਆ ਹੁੰਦੇ ਨੇ ਐਜ਼ ਕੰਪੇਅਰ ਟੂ ਦਾ ਕਾਲਜ। ਐਂਡ ਤੁਸੀਂ ਆਪਦਾ ਜਿਹੜਾ ਕਾਲਜ ਹੈ ਮੇਕ ਸ਼ੋਰ ਤੁਸੀਂ ਅਗਰ ਕਾਲਜ 'ਚ ਵੀ ਐਡਮਿਸ਼ਨ ਲੈਂਦੇ ਹੋ ਜਾਂ ਤੁਸੀਂ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਂਦੇ ਹੋ, ਤੁਹਾਨੂੰ ਚੈੱਕ ਕਰਨਾ ਚਾਹੀਦਾ ਹੈ ਕਿ ਉਹ ਜਿਹੜੀ ਕਾਲਜ ਹੈ ਯੂਨੀਵਰਸਿਟੀ ਹੈ ਉਹ ਸਰਕਾਰ ਕੋਲੋਂ ਮਾਨਤਾ ਪ੍ਰਾਪਤ ਹੈ ਜਾਂ ਨਹੀਂ। ਤੇ ਉਹਨਾਂ ਨੂੰ ਕਹਿੰਦੇ ਆ ਜੀ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਸ਼ਨ, DLI ਨੰਬਰ ਹੁੰਦਾ ਜੀ ਉਹਨਾਂ ਦਾ। ਐਂਡ ਤੁਸੀਂ ਇਹ ਵੀ ਚੈੱਕ ਕਰਨਾ ਹੈ ਕਿ ਜਿਹੜਾ ਕੋਰਸ ਤੁਸੀਂ ਕਰਨ ਜਾ ਰਹੇ ਹੋ ਕਿ ਉਹਦੇ ਨਾਲ ਅੱਗੇ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ 3 ਸਾਲ ਦਾ ਓਪਨ ਵਰਕ ਪਰਮਿਟ ਮਿਲਣਾ ਹੈ ਜਾਂ ਨਹੀਂ ਮਿਲਣਾ। ਬਹੁਤ ਸਾਰੇ ਜਿਹੜੇ ਬੱਚੇ ਨੇ ਇੰਡੀਆ ਦੇ ਵਿੱਚ ਸਪੈਸ਼ਲੀ ਆਪਣੇ ਪੰਜਾਬ ਰੀਜਨ ਦੇ ਵਿੱਚ ਕੁਝ ਐਸੇ ਏਜੰਟਾਂ ਦਾ ਸ਼ਿਕਾਰ ਹੋ ਜਾਂਦੇ ਨੇ ਜਿਹੜੇ ਕਿ ਉਹਨਾਂ ਨੂੰ ਪ੍ਰਾਈਵੇਟ ਕਾਲਜਸ ਦੇ ਵਿੱਚ ਐਡਮਿਸ਼ਨ ਦਿਵਾ ਕੇ ਉਹਨਾਂ ਨੂੰ ਐਸੇ ਕੋਰਸ ਲੈ ਕੇ ਦਿੰਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਕੱਲ ਨੂੰ 3 ਸਾਲ ਦਾ ਜਾਂ 2 ਸਾਲ ਦਾ ਜਾਂ 1 ਸਾਲ ਦਾ ਓਪਨ ਵਰਕ ਪਰਮਿਟ ਨਹੀਂ ਮਿਲਦਾ। ਸੋ ਇਹ ਉਹਨਾਂ ਦੀ ਬਹੁਤ ਵੱਡੀ ਗਲਤੀ ਹੁੰਦੀ ਹੈ ਐਂਡ ਉਹਨਾਂ ਨੂੰ ਇੱਥੇ ਆ ਕੇ ਕੈਨੇਡਾ ਦੇ ਵਿੱਚ ਆ ਕੇ ਪਤਾ ਲੱਗਦਾ ਹੈ ਕਿ ਜਿਹੜਾ ਉਹਨਾਂ ਦਾ ਕੋਰਸ ਹੈ ਉਹਦੇ 'ਚ ਉਹਨਾਂ ਨੂੰ ਓਪਨ ਵਰਕ ਪਰਮਿਟ ਕੱਲ ਨੂੰ ਨਹੀਂ ਮਿਲਣਾ। ਸੋ ਉਹ ਆਪਣੇ ਜਿਹੜੇ ਉੱਥੇ ਪੈਸੇ ਨੇ ਵੇਸਟ ਕਰ ਬੈਠਦੇ ਨੇ ਐਂਡ ਦੈਨ ਉਸ ਤੋਂ ਬਾਅਦ ਜਦੋਂ ਇੱਥੇ ਆ ਕੇ ਉਹਨਾਂ ਨੂੰ ਸਹੀ ਗਾਈਡੈਂਸ ਕਿਤੋਂ ਮਿਲਦੀ ਹੈ ਦੈਨ ਉਹ ਕਾਲਜ ਚੇਂਜ ਕਰਦੇ ਨੇ। ਸੋ ਇਹਦੇ ਨਾਲ ਕੀ ਹੁੰਦਾ ਜੀ, ਵਿਦਿਆਰਥੀਆਂ ਦਾ ਜਿਹੜਾ ਟਾਈਮ ਖਰਾਬ ਹੁੰਦਾ ਤੇ ਪੈਸਾ ਵੀ ਖਰਾਬ ਹੁੰਦਾ ਜੀ। ਜੀ,
ਤੇ ਪੁਨੀਤ ਜੀ ਪ੍ਰੋਸੈਸਿੰਗ ਟਾਈਮ ਕਿੰਨਾ ਕੁ ਹੈ ਸਟੂਡੈਂਟ ਵੀਜ਼ਾ ਲਈ? ਜੇ ਤੁਸੀਂ ਅੱਜ ਦੀ ਗੱਲ ਕਰਕੇ ਚੱਲੋ ਤੇ ਅੱਜ ਜਿਹੜਾ ਪ੍ਰੋਸੈਸਿੰਗ ਟਾਈਮ ਹੈਗਾ ਆ 3 ਤੋਂ 4 ਮਹੀਨੇ ਦੇ ਵਿੱਚ ਹੈ ਜੀ। ਕੁਝ ਕੁ ਸਟੂਡੈਂਟ ਵੀਜ਼ਾ ਸਾਡੇ 2 ਤੋਂ ਲੈ ਕੇ 2.5 ਮਹੀਨੇ ਦੇ ਵਿੱਚ ਵੀ ਆਏ ਨੇ, ਬਟ ਜਿਹੜੇ ਹੈ ਅੱਜ ਕੱਲ ਨਾਰਮਲ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਜੀ 3 ਤੋਂ 4 ਮਹੀਨੇ ਐਂਡ 4.5 ਮਹੀਨੇ ਵੀ ਈਵਨ ਚੱਲ ਰਿਹਾ ਹੈ ਇੰਡੀਆ ਤੋਂ ਜੀ। ਤੇ ਕਈ ਵਾਰੀ ਸਟੂਡੈਂਟ ਦਾ ਵੀਜ਼ਾ ਇੰਡੀਆ ਬੈਠੇ ਦਾ ਰਿਜੈਕਟ ਹੋ ਜਾਂਦਾ ਹੈ, ਤੇ ਉਹ ਕਿਹੜੇ ਕੇਸਿਸ ਵਿੱਚ ਰਿਜੈਕਟ ਹੁੰਦਾ ਹੈ, ਤੇ ਰਿਜੈਕਟ ਹੋਣ ਦੀ ਸੂਰਤ ਵਿੱਚ ਕੀ ਕਰਨਾ ਚਾਹੀਦਾ ਹੈ? ਰਿਜੈਕਸ਼ਨ ਜੀ ਅੱਜ ਕੱਲ ਥੋੜੀ ਜਿਹੀ ਕਾਮਨ ਹੈ ਇੰਡੀਆ ਦੇ ਵਿੱਚ, ਐਂਡ ਇਹਨੂੰ ਆਪਾਂ ਦੇਖਦੇ ਹਾਂ ਕਿ ਕਾਫੀ ਬੱਚੇ ਜਿਹੜੇ ਰਿਫਿਊਜ਼ਡ ਹੁੰਦੇ ਆ ਇੰਡੀਆ ਤੋਂ, ਐਂਡ ਮੋਸਟ ਆਫ them ਜਿਹੜੇ ਹੁੰਦੇ ਆ ਉਹ ਅਨਆਥੋਰਾਈਜ਼ਡ ਏਜੰਟਸ ਤੋਂ ਜਿਹੜੇ ਫਾਈਲਸ ਲਗਾਉਂਦੇ ਨੇ ਉਹ ਹੁੰਦੇ ਆ, ਤੇ ਉਹਨਾਂ ਦੀ ਜਿਹੜੀ ਫਾਈਲਸ ਹੁੰਦੀਆਂ ਆ ਉਹਦੇ ਵਿੱਚ ਕੁਝ ਨਾ ਕੁਝ ਗਲਤੀ ਕਰਕੇ ਉਹਨਾਂ ਨੂੰ ਰਿਫਿਊਜ਼ਲ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਜੀ। ਸੋ ਇਹਦੇ ਵਿੱਚ ਤਾਂ ਇੱਕ ਜਿਹੜੀ ਸਭ ਤੋਂ ਵੱਡੀ ਗਲਤੀ ਜਿਹੜੇ ਏਜੰਟਸ ਕਰ ਬੈਠਦੇ ਨੇ ਜਾਂ ਜਿਹੜੇ ਸਟੂਡੈਂਟਸ ਕਰ ਬੈਠਦੇ ਨੇ ਉਹ ਕੋਰਸ ਸਿਲੈਕਸ਼ਨ, ਕਿ ਜਿਹੜਾ ਕੋਰਸ ਜਿਹੜਾ ਉਹਨਾਂ ਨੇ ਇੱਥੇ ਕੈਨੇਡਾ ਵਿੱਚ ਲੈਣਾ ਹੁੰਦਾ ਆ ਆਪਣੀ ਸਟੱਡੀ ਤੋਂ ਬਾਅਦ ਉਹ ਉਹਦੇ ਨਾਲ ਰੈਲੇਵੈਂਟ ਨਹੀਂ ਹੁੰਦਾ। ਰੈਲੇਵੈਂਟ ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਉਹਨਾਂ ਨੇ ਪਹਿਲੇ ਸਟੱਡੀ ਕੀਤੀ ਹੁੰਦੀ ਹੈ ਉਹਦੇ ਨਾਲ ਰਲਦਾ ਮਿਲਦਾ ਕੋਰਸ ਉਹ ਨਹੀਂ ਲੈ ਪਾਉਂਦੇ। ਫॉर ਐਗਜ਼ਾਮਪਲ ਦੇ ਤੌਰ ਤੇ ਇੱਕ ਉਦਾਹਰਨ ਦੇ ਦਿੰਦਾ ਕਿ ਉਹਦੇ ਵਿੱਚ ਅਗਰ ਤੁਸੀਂ ਇੱਕ ਕਾਮਰਸ ਦੇ ਸਟੂਡੈਂਟ ਹੋ, ਤੁਹਾਨੂੰ ਅੱਗੇ ਜਿਹੜਾ ਕੋਰਸ ਹੈ ਉਹ ਲੈ ਕੇ ਦਿੱਤਾ ਤੁਹਾਨੂੰ ਆਰਟਸ ਦਾ, ਉਹ ਫਿਰ ਆਫੀਸਰ ਨੂੰ ਜਸਟੀਫਾਈ ਕਰਨਾ ਆਪਾਂ ਨੂੰ ਡਿਫਿਕਲਟ ਹੈ ਜੀ, ਤੁਸੀਂ ਇਹ ਕੋਰਸ ਕਿਉਂ ਕਰਨਾ ਚਾਹੁੰਦੇ ਹੋ। ਸੋ ਉਸ ਕੇਸ ਦੇ ਵਿੱਚ ਆਫੀਸਰ ਰਿਫਿਊਜ਼ ਕਰਨ ਦੇ ਰਾਈਟ ਹੁੰਦਾ ਉਹਨਾਂ ਨੂੰ। ਸੋ ਇਸ ਕੇਸ ਦੇ ਵਿੱਚ ਰਿਫਿਊਜ਼ਲ ਆ ਜਾਂਦੀ ਹੈ। ਉਸ ਤੋਂ ਬਾਅਦ ਹੁੰਦਾ ਜੀ ਤੁਹਾਡੇ ਅਗਰ +2 ਦੇ ਵਿੱਚ ਮਾਰਕਸ ਜਿਹੜੇ ਆ ਘੱਟ ਹੋਣ ਸਬਜੈਕਟਸ ਦੇ ਵਿੱਚ, ਸੋ ਉਸ ਰੀਜ਼ਨ ਕਰਕੇ ਵੀ ਆਫੀਸਰ ਰਿਫਿਊਜ਼ਲ ਦੇ ਦਿੰਦੇ ਆ ਕਿ ਜਿਹੜਾ ਤੁਹਾਡਾ ਕੋਰਸ ਹੈ, ਜਿਹੜੇ ਤੁਹਾਡੇ ਸਬਜੈਕਟ ਦੇ ਵਿੱਚ ਮਾਰਕਸ ਆਏ ਆ, ਸੋ ਉਹਦੇ ਵਿੱਚ ਨਹੀਂ, ਉਹਦੇ ਰੈਲੇਵੈਂਟ ਨਹੀਂ ਹੈ। ਸੋ ਇਹ ਵੀ ਰੀਜ਼ਨ ਬਣਦਾ। ਉਸ ਤੋਂ ਬਾਅਦ ਹੁੰਦਾ ਜੀ ਜੇ ਤੁਸੀਂ ਇੱਥੇ ਆਪਣੇ GIC ਫੰਡਸ ਦਾ ਜਿਹੜਾ ਸਰਟੀਫਿਕੇਟ ਹੈ ਉਹ ਤੁਸੀਂ ਨਾਲ ਨਹੀਂ ਲਗਾਉਂਦੇ, ਸੋ ਇੱਕ ਉਹ ਵੀ ਰੀਜ਼ਨ ਹੈ ਜੀ ਰਿਫਿਊਜ਼ਲ ਦਾ। ਐਂਡ ਤੁਹਾਡੀ ਜਿਹੜੀ ਲਾਸਟ ਤੋਂ ਲਾਸਟ ਮੈਂ ਕਹਿਣਾ ਇਹ ਚਾਹੂੰਗਾ ਕਿ ਜਿਹੜੀ ਤੁਹਾਡੀ ਸਬਮਿਸ਼ਨ ਲੈਟਰ ਹੈ, ਸੋ ਜਿਹੜੀ ਸਬਮਿਸ਼ਨ ਲੈਟਰ ਹੈ ਜੀ ਤੁਸੀਂ ਉੱਥੇ ਜਿਹੜੇ ਤੁਹਾਡੇ ਏਜੰਟ ਉੱਥੇ ਸਬਮਿਟ ਕਰਦੇ ਨੇ, ਸੋ ਉਹ ਸਟੂਡੈਂਟ ਦੇ ਬਿਹਾਫ ਤੇ ਹੀ ਸਬਮਿਟ ਕਰਦੇ ਨੇ ਜੀ। ਸੋ ਬਟ ਜਿਹੜੀ ਅਸੀਂ ਇੱਥੇ ਸਬਮਿਸ਼ਨ ਲੈਟਰ ਸਬਮਿਟ ਕਰਦੇ ਹਾਂ ਯੂਜੂਅਲੀ, ਸੋ ਅਸੀਂ ਆਪ ਖੁਦ ਪ੍ਰਿਪੇਅਰ ਕਰਦੇ ਹਾਂ ਔਨ ਦਾ ਬਿਹਾਫ ਆਫ ਦਾ ਸਟੂਡੈਂਟਸ, ਬਿਕਾਜ਼ ਅਸੀਂ ਇੱਥੇ ਲੀਗਲੀ ਰਿਪਰੈਜ਼ੈਂਟੇਟਿਵ ਬਣਨ ਦੇ ਕਾਬਿਲ ਹੈਗੇ ਹਾਂ ਇੱਥੇ, ਐਂਡ ਜਿਹੜੀ ਅਸੀਂ ਉਹਨਾਂ ਦੀ ਫਾਈਲ ਨੂੰ ਵਧੀਆ ਤਰੀਕੇ ਨਾਲ ਰਿਪਰੈਜ਼ੈਂਟ ਕਰਦੇ ਹਾਂ ਤਾਂ ਜੋ ਰਿਫਿਊਜ਼ਲ ਦੇ ਚਾਂਸਸ ਘੱਟ ਸਕਣ। ਸੋ ਇਹੀ ਕੁਝ ਜਿਹੜੇ ਸੀ ਹੁੰਦੇ ਆ ਰਿਫਿਊਜ਼ਲ ਦੇ ਰੀਜ਼ਨ ਜੀ। ਤੁਸੀਂ ਥੋੜਾ ਜਿਹਾ ਹਲਕਾ ਜਿਹਾ ਇਸ਼ਾਰਾ ਤੇ ਦਿੱਤਾ ਕਿ ਬੱਚੇ ਕੈਨੇਡਾ ਜਾ ਕੇ ਆਪਣੀ ਯੂਨੀਵਰਸਿਟੀ ਜਾਂ ਕਾਲਜ ਵਿੱਚ ਕਰ ਸਕਦੇ ਆ, ਪਰ ਫਿਰ ਵੀ ਮੈਂ ਤੁਹਾਨੂੰ ਡਿਟੇਲ 'ਚ ਪੁੱਛਣਾ ਚਾਹੂੰਗੀ ਕਿ ਟੈਕਨੀਕਲੀ ਇਹ ਪੋਸੀਬਲ ਹੈ ਤੇ ਇਹਨੂੰ ਕਿੰਨੀ ਕੁ ਦੇਰ ਲੱਗਦੀ ਹੈ ਜੇ ਸਵਿਚ ਕਰਨਾ ਹੋਵੇ, ਤੇ ਨਾਲੇ ਕੀ ਸਟੂਡੈਂਟ ਵੀਜ਼ਾ 'ਚ ਸਟੂਡੈਂਟ ਨੂੰ ਐਕਸਟੈਂਸ਼ਨ ਮਿਲ ਸਕਦੀ ਹੈ? ਜੀ ਇਹ ਬਹੁਤ ਵਧੀਆ ਕੁਐਸਚਨ ਹੈ ਐਂਡ ਬਹੁਤ ਵਧੀਆ ਸਵਾਲ ਹੈ ਇਹ। ਬਹੁਤ ਜਿਹੜੇ ਸਟੂਡੈਂਟ ਨੇ ਜਿਹੜੇ ਇੱਥੇ ਆ ਕੇ ਕਾਲਜ ਆਪਣਾ ਚੇਂਜ ਕਰਦੇ ਨੇ, ਚੇਂਜ ਉਹ ਕਿਉਂ ਕਰਦੇ ਨੇ, ਆਪਣੇ ਕਾਲਜ ਤੋਂ ਬਦਲਾਵ ਕਿਉਂ ਉਹ ਭਾਲਦੇ ਨੇ, ਇਹਦਾ ਇੱਕੋ ਇੱਕ ਆਨਸਰ ਹੈ ਕਿ ਜੇ ਤਾਂ ਬੱਚੇ ਨੂੰ ਇੱਥੇ ਆ ਕੇ ਸਟੱਡੀ ਡਿਫਿਕਲਟ ਲੱਗਦੀ ਹੈ, ਔਖੀ ਲੱਗਦੀ ਹੈ, ਸੋ ਅਗਰ ਬੱਚਾ ਫਸਟ ਸਮੈਸਟਰ ਦੇ ਵਿੱਚ ਜਾਂ ਸੈਕੰਡ ਸਮੈਸਟਰ ਦੇ ਵਿੱਚ ਵਧੀਆ ਨਹੀਂ ਪਰਫਾਰਮ ਕਰ ਪਾਉਂਦਾ, ਅਗਰ ਉਹਨਾਂ ਦੇ ਮਾਰਕਸ ਘੱਟ ਆਉਂਦੇ ਆ, ਉਹਨਾਂ ਦੀ ਕੰਪਾਰਟਮੈਂਟ ਆ ਜਾਂਦੀ ਹੈ, ਸੋ ਉਹਦੇ ਨਾਲ ਬੱਚਾ ਜਿਹੜਾ ਹੈ ਆਲਵੇਜ਼ ਸਵਿਚ ਕਰਦਾ ਹੈ ਆਪਣੇ ਕਾਲਜ ਨੂੰ ਜਾਂ ਚੇਂਜ ਕਰਦਾ ਹੈ। ਸੋ ਇਹ ਇੱਕ ਬੜੀ ਹੀ ਸੌਖੀ ਜੀ ਪ੍ਰਕਿਰਿਆ ਹੈਗੀ ਹੈ। ਸੋ ਇਹਦੇ ਵਿੱਚ ਆਪਾਂ ਨੂੰ ਫਸਟ ਆਫ ਆਲ ਕੀ ਕਰਨਾ ਪੈਂਦਾ ਹੈ, ਜਿਹੜੇ ਆਪਾਂ ਕਾਲਜ ਦੇ ਵਿੱਚ ਜਾਣਾ ਹੈ ਆਪਾਂ ਨੂੰ ਉੱਥੋਂ ਦੀ ਆਫਰ ਲੈਟਰ ਅਪਲਾਈ ਕਰਨੀ ਪੈਂਦੀ ਹੈ ਜੀ। ਸੋ ਆਫਰ ਲੈਟਰ ਆਉਣ ਤੋਂ ਬਾਅਦ ਤੁਹਾਡੇ ਕੋਲ ਆਲਰੇਡੀ ਇੱਥੇ ਆ ਕੇ ਸਟੱਡੀ ਪਰਮਿਟ ਤਾਂ ਹੁੰਦਾ ਹੀ ਹੈ, ਸੋ ਤੁਹਾਨੂੰ ਸਟੱਡੀ ਪਰਮਿਟ ਨਹੀਂ ਅਪਲਾਈ ਕਰਨਾ ਪੈਂਦਾ। ਸੋ ਜਸਟ ਤੁਸੀਂ ਕਾਲਜ ਦੇ ਵਿੱਚ ਐਡਮਿਸ਼ਨ ਲੈ ਕੇ ਉਸ ਤੋਂ ਬਾਅਦ ਜਿਹੜੇ ਤੁਹਾਡਾ ਪੁਰਾਣਾ ਕਾਲਜ ਹੈ ਉੱਥੋਂ ਰੀਫੰਡ ਪਾ ਸਕਦੇ ਹੋ, ਐਂਡ ਉਸ ਤੋਂ ਬਾਅਦ ਤੁਸੀਂ IRCC ਨੂੰ ਅਪਡੇਟ ਕਰਨਾ ਹੁੰਦਾ ਆ ਕਿ ਤੁਸੀਂ ਆਪਣਾ ਜਿਹੜਾ ਕਾਲਜ ਹੈ ਉਹ ਚੇਂਜ ਕਰ ਲਿਆ ਹੈ। ਸੋ ਇਹਦੇ ਵਿੱਚ ਕੋਈ ਵੀ ਦਿੱਕਤ ਨਹੀਂ ਹੈ ਜੀ। ਤੇ ਇੱਕ ਪੁਨੀਤ ਜੀ ਬੜਾ ਲਫ਼ਜ਼ ਸੁਣਨ ਵਿੱਚ ਆਉਂਦਾ ਹੈ ਬੈਕਲੌਗ। ਇਹ ਬੈਕਲੌਗ ਕੀ ਹੈ? ਕਿ ਬਹੁਤ ਜ਼ਿਆਦਾ ਦੇਰ ਲੱਗਣਾ ਬੈਕਲੌਗ ਹੈ? ਇਹ ਤੱਥ ਸਹੀ ਹੈ ਕਿ ਦੇਰ ਲੱਗ ਰਹੀ ਹੈ ਵੀਜ਼ਾ ਨੂੰ, ਜਾਂ ਕਿਸੇ ਕਾਰਨਾਂ ਕਰਕੇ ਕੈਨੇਡਾ ਇਮੀਗ੍ਰੇਸ਼ਨ ਜਿਹੜੀ ਹੈ ਸਟੂਡੈਂਟ ਵੀਜ਼ਾ ਨੂੰ ਡਿਲੇ ਕਰ ਰਹੀ ਹੈ? ਬੈਕਲੌਗ ਦਾ ਮਤਲਬ ਇਹ ਹੈ ਜੀ ਕਿ ਜ਼ਰੂਰਤ ਤੋਂ ਵੱਧ ਐਪਲੀਕੇਸ਼ਨਾਂ ਜਿਹੜੀਆਂ ਹੈ ਐਮਬੈਸੀ ਦੇ ਕੋਲ ਅੱਜ ਕੱਲ੍ਹ ਨੇ, ਜਿੰਨੀਆਂ ਉਹਨਾਂ ਨੇ ਐਪਲੀਕੇਸ਼ਨਾਂ ਅਸੈਪਟ ਕਰਨੀਆਂ ਸੀ ਸਟੂਡੈਂਟ ਵੀਜ਼ੇ ਦੀਆਂ ਉਸ ਤੋਂ ਸ਼ਾਇਦ 10 ਗੁਣਾ ਜ਼ਿਆਦਾ ਐਪਲੀਕੇਸ਼ਨਾਂ ਅਗਰ ਆਪਾਂ ਕਹੀਏ, ਤੇ ਇੰਨੀਆਂ ਉਹਨਾਂ ਨੂੰ ਐਪਲੀਕੇਸ਼ਨ ਜਿਹੜੀਆਂ ਰਿਸੀਵ ਹੋਈਆਂ ਆ। ਸੋ ਆਬਵੀਅਸਲੀ ਇਹ ਜਿਹੜਾ ਬੈਕਲੌਗ ਹੈ ਉਹਨਾਂ ਕੋਲ ਬਹੁਤ ਜ਼ਿਆਦਾ ਹੈ। ਬਾਕੀ ਐਪਲੀਕੇਸ਼ਨ ਦਾ ਵੀ ਬੈਕਲੌਗ ਬਹੁਤ ਜ਼ਿਆਦਾ ਹੈ ਜੀ। ਫॉर ਐਗਜ਼ਾਮਪਲ ਜਿਹੜੇ ਟੈਂਪਰੇਰੀ ਰੈਜ਼ੀਡੈਂਟਸ ਨੇ ਹੋਰ ਤਰ੍ਹਾਂ ਦੇ, ਦਾ ਵਿਜ਼ਿਟਰ ਵੀਜ਼ਾ ਹੈ, ਸੁਪਰ ਵੀਜ਼ਾ ਹੈ, ਸਪਾਊਸਲ ਸਪਾਂਸਰਸ਼ਿਪਸ ਹੈ, ਸੋ ਇਹਨਾਂ ਦੇ ਵਿੱਚ ਉਹਨਾਂ ਕੋਲ ਬੈਕਲੌਗ ਬਹੁਤ ਜ਼ਿਆਦਾ ਹੈ। ਇਸ ਕਰਕੇ ਉਹਨਾਂ ਦੇ ਪ੍ਰੈਸ਼ਰ ਜਿਹੜਾ ਬਣਿਆ ਹੋਇਆ ਹੈ
ਐਪਲੀਕੇਸ਼ਨ ਜ਼ਿਆਦਾ ਹੋਣ ਦਾ, ਐਪਲੀਕੇਸ਼ਨਾਂ ਨੂੰ ਜ਼ਿਆਦਾ ਹੋਣ ਦਾ, ਸੋ ਉਹਨੂੰ ਬੇਸਿਕਲੀ ਆਪਾਂ ਬੈਕਲੌਗ ਕਹਿ ਦਿੰਦੇ ਆ। ਰਿਫਿਊਜ਼ਲ ਦਾ ਰੀਜ਼ਨ ਵੀ ਇਹੀ ਬਣ ਰਿਹਾ ਜੀ ਅੱਜ ਕੱਲ੍ਹ, ਬੈਕਲੌਗ ਹੀ, ਕਿਉਂਕਿ ਜਿੰਨੇ ਉਹਨਾਂ ਨੂੰ ਸਟੂਡੈਂਟ ਚਾਹੀਦੇ ਆ ਉਸ ਤੋਂ ਕਿਤੇ ਵੱਧ ਉਹਨਾਂ ਨੂੰ ਐਪਲੀਕੇਸ਼ਨਸ ਮਿਲ ਰਹੀਆਂ। ਸੋ ਜਿਹੜੇ ਉਹਨਾਂ ਨੂੰ ਫਿਲਟਰ ਹੈ, ਜਿਹੜੇ ਉਹਨਾਂ ਨੇ ਲਗਾਏ ਹੋਏ ਆਪਣੇ ਸਿਸਟਮ ਦੇ ਵਿੱਚ, ਸੋ ਉਹਨਾਂ ਫਿਲਟਰਸ ਨੂੰ ਆਬਵੀਅਸਲੀ ਉਹਨਾਂ ਨੂੰ ਟਾਈਟ ਕਰਨਾ ਪੈ ਰਿਹਾ ਕਿ ਆਪਣਾ ਜਿਹੜਾ ਸਿਸਟਮ ਹੈ ਉਹ। ਹਾਂਜੀ ਪੁਨੀਤ ਜੀ, ਅੱਜ ਕੱਲ੍ਹ ਇੱਕ ਚੀਜ਼ ਹੋਰ ਬੜੀ ਸੁਣਨ 'ਚ ਆਉਂਦੀ ਹੈ, ਪੈਕੇਜ ਵੀਜ਼ਾ, ਜਾਂ ਕਹਿੰਦੇ ਨੇ ਕਿ ਪੈਸੇ ਤੁਹਾਡਾ ਜਿਹੜਾ ਵੀਜ਼ਾ ਲੱਗ ਜਾਏਗਾ ਉਸ ਤੋਂ ਬਾਅਦ ਤੁਸੀਂ ਸਾਨੂੰ ਦਿਓ। ਇਹਦੇ ਸਿਲਸਿਲੇ 'ਚ ਇੱਕ ਜਿਹੜੀ CBSA ਦੀ ਇੱਥੇ ਬੜੀ ਘਟਨਾ ਚਰਚਾ 'ਚ ਆਈ ਹੈ ਕੈਨੇਡਾ 'ਚ, ਇੱਕ ਬਾਰਡਰ ਸਿਕਿਉਰਿਟੀ ਫੋਰਸ ਨੇ ਸਟੂਡੈਂਟਸ ਨੂੰ ਬੁਲਾਇਆ ਤੇ ਉਹਨਾਂ ਕੋਲੋਂ ਇਨਕੁਆਇਰੀਜ਼ ਦੀ ਮੰਗ ਕੀਤੀ ਹੈ। ਇਹਦੇ ਬਾਰੇ ਤੁਸੀਂ ਕੋਈ ਚਾਨਣਾ ਪਾਉਣਾ ਚਾਹੋਗੇ? ਜੀ ਬਿਲਕੁਲ ਜੀ। ਸੋ ਜਿਹੜਾ ਪੈਕੇਜ ਸਿਸਟਮ ਹੈ ਜਾਂ ਵੀਜ਼ਾ ਲੱਗਣ ਤੋਂ ਬਾਅਦ ਜਿਹੜੀ ਫੀਸ ਵਾਲਾ ਇੱਕ ਕੰਸਰਨ ਹੈਗਾ, ਜਿਹੜਾ ਸਿਸਟਮ ਹੈ ਉਹ ਕਾਫੀ ਕਾਮਨ ਚੀਜ਼ ਹੈ ਜੀ, ਸਪੈਸ਼ਲੀ ਪੰਜਾਬ ਦੇ ਵਿੱਚ, ਬਿਕੋਜ਼ ਸਾਡੇ ਮੋਸਟ ਆਫ ਦਾ ਕਲਾਇੰਟਸ ਜਿਹੜੇ ਆ ਪੰਜਾਬ ਤੋਂ ਨੇ ਐਂਡ ਪੰਜਾਬੀ ਜਿਹੜੇ ਆਪਣੇ ਭਾਈਚਾਰੇ 'ਚ ਨੇ। ਸੋ ਇਹਦੇ ਵਿੱਚ ਕੀ ਹੈ, ਤੁਹਾਡੇ ਕੋਲ ਜਿਹੜੇ ਸਾਰੇ ਪੈਸੇ ਨੇ ਵੀਜ਼ਾ ਲੱਗਣ ਤੋਂ ਬਾਅਦ ਹੀ ਲਏ ਜਾਂਦੇ ਨੇ, ਐਂਡ ਜਿਹੜਾ ਉਹਨਾਂ ਦੇ ਵਿੱਚ ਡਿਫਰੈਂਸ ਹੁੰਦਾ ਹੈ ਪ੍ਰਾਈਸ ਦਾ, ਉਹ ਕਾਫੀ ਜ਼ਿਆਦਾ ਹੁੰਦਾ ਆ। ਸਪੋਜ਼ ਕਿ ਚਲੋ ਕਿ ਜਿਹੜਾ ਤੁਹਾਡਾ ਖਰਚਾ ਉੱਦਾਂ ਆਉਣਾ ਸੀਗਾ 15 ਤੋਂ 17 ਲੱਖ ਜਾਂ 15 ਤੋਂ 20 ਲੱਖ ਆਪਾਂ ਕਹਿ ਕੇ ਚੱਲੀਏ, ਸੋ ਜਿਹੜਾ ਤੁਹਾਡੇ ਤੋਂ ਬਾਅਦ ਦੇ ਵਿੱਚ ਚਾਰਜ ਕੀਤਾ ਜਾਂਦਾ ਆ ਜਾਂ ਵੀਜ਼ਾ ਲੱਗਣ ਤੋਂ ਬਾਅਦ ਤੁਹਾਡੇ ਕੋਲੋਂ ਚਾਰਜ ਕੀਤਾ ਜਾਂਦਾ ਆ, ਸੋ ਉਹਦੇ ਵਿੱਚ ਤੁਹਾਡੇ ਤੋਂ 25 ਤੋਂ 30 ਲੱਖ ਲਿਆ ਜਾਂਦਾ ਆ, ਤੁਹਾਡੇ ਤੋਂ ਡਿਮਾਂਡ ਕੀਤੀ ਜਾਂਦੀ ਹੈ। ਸੋ ਉਸ ਡਿਫਰੈਂਸ ਦਾ ਤੁਹਾਨੂੰ ਜਿਹੜਾ ਕਿ ਨਹੀਂ ਪਤਾ ਹੁੰਦਾ, ਤੇ ਉਹ ਜਿਹੜੇ ਅਮਾਊਂਟ ਨੂੰ ਇੱਕ ਵਧਾ ਚੜਾ ਕੇ ਤੁਹਾਡੇ ਕੋਲ ਲਿਆ ਜਾਂਦਾ ਆ। ਸੋ ਇਹਨੂੰ ਇੱਕ ਪੈਕੇਜ ਸਿਸਟਮ ਦਾ ਨਾਮ ਦਿੱਤਾ ਜਾਂਦਾ। ਉਸ ਤੋਂ ਬਾਅਦ ਇਹਦੀ ਵੀਜ਼ਾ ਲੱਗਣ ਤੋਂ ਬਾਅਦ, ਸੋ ਉਹ ਵੀ ਇੱਕ ਤਰ੍ਹਾਂ ਦਾ ਪੈਕੇਜ ਸਿਸਟਮ ਹੀ ਹੈ, ਜੋ ਤੁਹਾਡੇ ਤੋਂ ਬਾਅਦ 'ਚ ਪੈਸੇ ਲਏ ਜਾਂਦੇ ਆ, ਪਰ ਜ਼ਿਆਦਾ ਪੈਸੇ ਲਏ ਜਾਂਦੇ ਆ ਤੁਹਾਡੇ ਤੋਂ। ਸੋ ਉਹਦੇ ਵਿੱਚ ਜਿਹੜੇ ਤੁਸੀਂ ਉਸ ਠੱਗੀ ਦਾ ਸ਼ਿਕਾਰ ਹੁੰਦੇ ਹੋ, ਤੇ ਇਹਨੂੰ ਹੀ ਪੈਕੇਜ ਸਿਸਟਮ ਤੇ ਜਿਹੜੇ ਪੈਸੇ ਲੱਗਣ ਤੋਂ ਜਿਹੜੇ ਵੀਜ਼ਾ ਲੱਗਣ ਤੋਂ ਬਾਅਦ ਜਿਹੜੇ ਪੈਸੇ ਹੈ, ਇਹਨੂੰ ਕਿਹਾ ਜਾਂਦਾ। ਕੁਝ ਕੁ ਸਟੂਡੈਂਟਸ ਨੂੰ ਇੱਥੇ ਨੋਟਿਸਿਸ ਵੀ ਭੇਜੇ ਗਏ ਨੇ। ਅੱਜ ਕੱਲ੍ਹ ਇੱਕ ਇੱਥੋਂ ਦੀ ਮੀਡੀਆ ਦੇ ਵਿੱਚ ਖਬਰ ਹੈਗੀ ਹੈ ਇਹ, ਕਿ ਕੁਝ ਕੁ ਸਟੂਡੈਂਟਸ ਨੂੰ ਇੱਥੇ ਮੀਟਿੰਗਸ ਜਿਹੜੇ ਕਰਨ ਲਈ, ਇੱਕ ਇੰਟਰਵਿਊ ਲਈ ਕਾਲ ਦਿੱਤੀ ਗਈ ਹੈ CBSA ਵੱਲੋਂ, ਇੱਥੋਂ ਜਿਹੜੀ ਬਾਰਡਰ ਸਰਵਿਸ ਏਜੰਸੀ ਹੈ ਕੈਨੇਡਾ ਦੀ। ਸੋ ਉਹ ਇਸ ਕਰਕੇ ਜੀ, ਕਿਉਂਕਿ ਜਦੋਂ ਵੀਜ਼ਾ ਲੱਗਣ ਦੇ ਟਾਈਮ ਕੁਝ ਕੁ ਬੱਚਿਆਂ ਦੀ ਉਹਨਾਂ ਨੇ ਪਾਇਆ ਕਿ ਜਿਹੜੀ ਆਫਰ ਲੈਟਰ ਸੀ ਉਹ ਜਲਦੀ ਜਿਹੜੀ ਸੀ ਏਜੰਟਸ ਵੱਲੋਂ ਇੰਡੀਆ ਤੋਂ ਲਗਾਈ ਗਈ, ਤੇ ਉਹ ਜਿਹੜੀ ਆਫਰ ਲੈਟਰ ਸੀ ਉਹਦੇ ਨਾਲ ਉਹਨਾਂ ਨੂੰ ਵੀਜ਼ਾ ਜਿਹੜੇ ਸੀ ਇਸ਼ੂ ਕਰ ਦਿੱਤੇ ਗਏ, ਬਿਕੋਜ਼ ਉਹਨਾਂ ਦੀ ਜਿਹੜੀ ਔਥੈਂਟਿਸਿਟੀ ਸੀ, ਉਹਨਾਂ ਦਾ ਯਕੀਨ ਕਰਕੇ ਵੀਜ਼ਾ ਇਸ਼ੂ ਕਰੇ ਗਏ। ਤੇ ਬਾਅਦ 'ਚ ਜਿਹੜਾ ਕਿ ਇੱਥੇ ਆ ਕੇ ਪਤਾ ਲੱਗਿਆ ਕਿ ਉਹ ਆਫਰ ਲੈਟਰ ਜਿਹੜੀਆਂ ਸੀਗੀਆਂ ਨਕਲੀ ਸੀਗੀਆਂ। ਸੋ ਇਸ ਕਰਕੇ ਕੁਝ ਕੁ ਜਿਹੜੇ ਬੱਚਿਆਂ ਨੂੰ ਇੰਟਰਵਿਊਜ਼ ਲਈ ਵੀ ਬੁਲਾਇਆ ਜਾ ਰਿਹਾ। ਸੋ ਇਹਦਾ ਜਿਹੜਾ ਮੇਨ ਰੀਜ਼ਨ ਹੈ ਉਹ ਇਹੀ ਹੈ ਜੀ, ਜਿਹੜੇ ਆਪਾਂ ਉੱਥੇ ਅਨਆਥੋਰਾਈਜ਼ਡ ਜਿਹੜੇ ਏਜੰਟਸ ਨੇ ਉਹਨਾਂ ਨੂੰ ਆਪਾਂ ਹਾਇਰ ਕਰ ਲੈਂਦੇ ਹਾਂ ਜਿਹੜੀਆਂ ਆਪਣੀ ਫਾਈਲਸ ਜਿਹੜੀਆਂ ਲਗਾਉਣ ਦੇ ਲਈ, ਐਂਡ ਉਹ ਆਪਣੀ ਫਾਈਲਸ ਦੇ ਵਿੱਚ ਕੁਝ ਵੀ ਲਗਾ ਦਿੰਦੇ ਆ, ਐਂਡ ਵੀ ਡੂ ਨਾਟ ਈਵਨ ਨੋ ਕਿ ਆਪਣੀ ਫਾਈਲ ਦੇ ਵਿੱਚ ਕੀ ਚੱਲ ਰਿਹਾ। ਤੇ ਹੋ ਸਕਦਾ ਹੈ ਕਿ ਉਸ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਡਿਪੋਰਟ ਵੀ ਕਰ ਦਿੱਤਾ ਜਾਵੇ, ਜਾਂ ਉਹਨਾਂ ਦਾ ਕਰੀਅਰ ਇੱਥੇ ਕਿਸੇ ਤਰ੍ਹਾਂ ਨਾਲ ਖਤਮ ਹੋਣ ਦੇ ਚਾਂਸਸ ਬਣ ਰਹੇ ਨੇ, ਜਾਂ ਇੱਦਾਂ ਹੋ ਸਕਦਾ, ਵਾਪਰ ਸਕਦਾ ਹੈ? ਇੱਦਾਂ ਹੋ ਸਕਦਾ ਜੀ, ਜੇ ਇਹਦੇ ਵਿੱਚ ਪਾਇਆ ਜਾਊਗਾ ਕਿ ਜਿਹੜੇ ਬੱਚੇ ਸੀਗੇ ਉਹ ਵੀ ਇਨਵੋਲਵ ਸੀਗੇ ਇਹਦੇ ਵਿੱਚ, ਸੋ ਡੈਫੀਨੇਟਲੀ ਇਹੋ ਜਿਹਾ ਕਦਮ ਲਿੱਤਾ ਜਾ ਸਕਦਾ ਹੈ, ਕਿਉਂਕਿ ਹਜੇ ਉਹ PR ਨਹੀਂ ਗਏ, ਤੇ ਇਹੋ ਜਿਹਾ ਕਦਮ ਲਿੱਤਾ ਜਾ ਸਕਦਾ ਹੈ ਕਿ ਬਟ ਹਜੇ ਉਹ ਚੀਜ਼ਾਂ ਇਨਵੈਸਟੀਗੇਸ਼ਨ ਦੇ ਅੰਡਰ ਹੈਗੀਆਂ ਨੇ। ਤੇ ਜਿਹੜੇ ਕੁਝ ਸਪੈਸੀਫਿਕਲੀ ਏਜੰਟਸ ਲਾਈਕ ਜਲੰਧਰ ਵਾਲੇ ਕੁਝ ਏਜੰਟਸ ਦਾ ਜਿਹੜਾ ਨਾਮ ਹੈ ਉਹ ਸਾਹਮਣੇ ਕਾਫੀ ਜ਼ਿਆਦਾ ਆਇਆ ਸੀਗਾ, ਕਿ ਜਿਹੜੇ ਕੁਝ ਕੁ ਏਜੰਟਸ ਉਹਨਾਂ ਦੇ ਹੀ ਬੱਚਿਆਂ ਨੂੰ ਸਪੈਸੀਫਿਕਲੀ ਟਾਰਗੇਟ ਕੀਤਾ ਗਿਆ ਹੈ, ਤੇ ਉਹਨਾਂ ਨੂੰ ਇੰਟਰਵਿਊਜ਼ ਲਈ ਕਾਲਸ ਜਿਹੜੀਆਂ ਕਿ ਕੀਤੀਆਂ ਗਈਆਂ ਨੇ। ਸੋ ਜਿਹੜੇ ਕਿ ਇਹ ਸਿਸਟਮ ਦੇ ਥਰੂ ਆਏ ਸੀਗੇ, ਸੋ ਉਸ ਪੈਕੇਜ ਸਿਸਟਮ ਦੇ ਵਿੱਚ ਉਹਨਾਂ ਨੇ ਜਾਲੀ ਜਿਹੜੀਆਂ ਆਫਰ ਲੈਟਰ ਸੀਗੀਆਂ ਉਹਨਾਂ ਨੂੰ ਲਾ ਕੇ ਇੱਥੇ ਵੀਜ਼ਾ ਲੈਤਾ, ਐਂਡ ਦੈਨ ਉਹਨਾਂ ਨੂੰ ਇੱਥੇ ਜਾ ਕੇ ਕਿਹਾ ਗਿਆ ਕਿ ਇਹ ਕਾਲਜ ਦੇ ਵਿੱਚ ਨਹੀਂ ਜਾਣਾ ਹੈ, ਤੁਸੀਂ ਉੱਥੇ ਆ ਕੇ ਸਿੱਧਾ ਜਿਹੜਾ ਕਾਲਜ ਹੈ ਚੇਂਜ ਕਰ ਲਿਓ, ਤੁਸੀਂ ਕਲਾਸਿਸ ਨਹੀਂ ਅਟੈਂਡ ਕਰਨੀਆਂ। ਸੋ ਇੱਦਾਂ ਸਿਸਟਮ ਤੋਂ ਬਚਣ ਲਈ ਆਪਾਂ ਨੂੰ ਜਿਹੜੇ ਸਹੀ ਗਾਈਡੈਂਸ ਦੀ ਲੋੜ ਹੈ। ਜੀ ਪੁਨੀਤ ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਸੁਝਾਅ ਦੇਣਾ ਚਾਹੋਗੇ, ਤੇ ਕੀ ਉਹ ਸਾਡੇ ਦਰਸ਼ਕ ਤੁਹਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਨੇ? ਤੁਹਾਡਾ ਐਡਰੈਸ ਜਾਂ ਨੰਬਰ ਅਸੀਂ ਪ੍ਰੋਗਰਾਮ ਦੇ ਅੰਤ ਵਿੱਚ ਆਪਣੇ ਦਰਸ਼ਕਾਂ ਨੂੰ ਦੇ ਸਕਦੇ ਹਾਂ? ਜੀ ਬਿਲਕੁਲ। ਸੋ ਇੱਕ ਜਿਹੜਾ ਮੇਰਾ ਸੁਜੈਸ਼ਨ ਹੈ ਜੀ, ਜਿਹੜਾ ਸੁਝਾਅ ਹੈ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿ ਦਿੰਦੇ ਹਾਂ, ਸੋ ਇਹੀ ਹੈ ਕਿ ਜਦੋਂ ਵੀ ਤੁਸੀਂ ਜਿਹੜੇ ਆਪਦੇ ਇਮੀਗ੍ਰੇਸ਼ਨ ਏਜੰਟ ਜਾਂ ਤੁਸੀਂ ਕੰਸਲਟੈਂਟ ਜਾਂ ਤੁਸੀਂ ਲਾਇਰ ਜਿਹੜਾ ਚੂਜ਼ ਕਰਦੇ ਹੋ, ਤੁਸੀਂ ਆਲਵੇਜ਼ ਉਹਨੂੰ ਚੈੱਕ ਕਰੋ ਕਿ ਜਿਹੜੇ ਉਹ CICC ਦੀ ਵੈਬਸਾਈਟ 'ਤੇ ਉਹਨਾਂ ਦਾ ਨਾਮ ਹੈਗਾ ਜਾਂ ਨਹੀਂ। ਤੁਸੀਂ ਸਿੰਪਲੀ ਸਰਚ ਕਰ ਸਕਦੇ ਹੋ ਗੂਗਲ 'ਤੇ CICC, ਉਸ ਵੈਬਸਾਈਟ ਦੇ ਵਿੱਚ ਉਹਦਾ ਨਾਮ ਭਰੋ ਜਿਹੜਾ ਕਿ ਤੁਹਾਡੀ ਫਾਈਲ ਲਗਾ ਰਿਹਾ ਹੈ, ਜਿਹੜੀ ਕੰਪਨੀ ਤੁਹਾਡੀ ਫਾਈਲ ਲਗਾ ਰਹੀ ਹੈ। ਸੋ ਅਗਰ ਉਹ ਉਹਦੇ ਵਿੱਚ ਰਜਿਸਟਰਡ ਨਹੀਂ ਹੈਗੇ, ਸੋ ਇਹਦਾ ਮਤਲਬ ਇਹ ਹੈ ਕਿ ਉਹ ਕੈਨੇਡਾ ਸਰਕਾਰ ਤੇ ਕੈਨੇਡਾ ਐਮਬੈਸੀ ਵੱਲੋਂ ਮਾਨਤਾ ਪ੍ਰਾਪਤ ਨਹੀਂ ਹਨ, ਕਿਸੇ ਵੀ ਇਮੀਗ੍ਰੇਸ਼ਨ ਮੈਟਰ ਦੇ ਵਿੱਚ ਕਿਸੇ ਦੀ ਵੀ ਫਾਈਲ ਲਗਾਉਣ ਦੇ ਉਹ ਹੱਕਦਾਰ ਨਹੀਂ ਨੇ। ਸੋ ਇਹਦੇ ਵਿੱਚ ਕੀ ਹੁੰਦਾ ਆ, ਜਦੋਂ ਫਾਈਲ ਲਗਾਉਂਦੇ ਆ, ਸੋ ਜਦੋਂ ਅਸੀਂ ਫਾਈਲਿੰਗ ਕਰਦੇ ਹਾਂ, ਸੋ ਅਸੀਂ ਜਿਹੜੇ ਕੁਝ ਕਿ ਸਾਡੇ ਜਿਹੜੇ ਇੱਥੇ ਟੈਕਨੀਕਸ ਹੁੰਦੇ ਜਿਹਨੂੰ ਆਪਾਂ ਕਹਿ ਦਿੰਦੇ ਆ
ਪ੍ਰੀ ਰਿਕੁਇਜ਼ਿਟਸ ਜਾਂ ਜਿਹੜੇ ਅਸੀਂ ਕੁਝ ਡਾਕੂਮੈਂਟਸ ਆ ਉਹ ਸਾਈਨ ਕਰਾਉਂਦੇ ਆ ਰੀਪ੍ਰੈਜ਼ੈਂਟੇਸ਼ਨ ਦੇ। ਸੋ ਉਹਨੂੰ ਆਪਾਂ ਵਕਾਲਤਨਾਮਾ ਵੀ ਇੱਥੇ ਜਿਵੇਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ। ਸੋ ਉਹਦੇ ਬਿਹਾਫ ਅਸੀਂ ਉਹਦੇ ਕਲਾਇੰਟ ਦੇ ਬਿਹਾਫ ਤੇ ਅਸੀਂ ਐਮਬੈਸੀ 'ਚ ਰੀਪ੍ਰੈਜ਼ੈਂਟ ਕਰਦੇ ਆ ਕਲਾਇੰਟ ਨੂੰ ਲੀਗਲੀ। ਸੋ ਜਿਹੜੇ ਕਿ ਇੰਡੀਆ ਦੇ ਵਿੱਚ ਕੁਝ ਏਜੰਟਸ ਜਿਹੜੇ ਨੇ ਉਹ ਗੋਸਟ ਏਜੰਟਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਇੱਥੇ ਉਸ ਲੈਂਗੁਏਜ ਦੇ ਵਿੱਚ। ਸੋ ਉਹ ਜਿਹੜੇ ਆਈਡੀਜ਼ ਜਿਹੜੀਆਂ ਹੁੰਦੀਆਂ GC ਕੀਜ਼ ਹੁੰਦੀਆਂ ਉੱਥੇ ਬੱਚਿਆਂ ਦੀ ਆਪ ਬਣਾ ਕੇ ਐਪਲੀਕੈਂਟ ਦੀ ਬਣਾ ਕੇ ਸੋ ਉਹੀ ਸਾਰਾ ਕੁਝ ਆਪਰੇਟ ਕਰ ਰਹੇ ਹੁੰਦੇ ਆ। ਐਂਡ ਤੁਹਾਨੂੰ ਕੁਝ ਨਹੀਂ ਪਤਾ ਹੁੰਦਾ ਕਿ ਸਾਡੀ ਜਿਹੜੀ ਫਾਈਲ ਦੇ ਵਿੱਚ ਕੀ ਹੋ ਰਿਹਾ। ਐਂਡ ਜਿਹੜੀ ਸਾਡੀ ਇੱਕ ID ਕ੍ਰੀਏਟ ਕੀਤੀ ਗਈ ਹੈ ਉੱਥੋਂ ਸਾਡੀ ਫਾਈਲ ਲਗਾਈ ਗਈ ਹੈ। ਐਮਬੈਸੀ ਦੇ ਹਿਸਾਬ ਨਾਲ ਤੁਸੀਂ ਆਪਣੀ ਫਾਈਲ ਆਪ ਲਗਾ ਰਹੇ ਹੋ, ਬਟ ਪਿੱਛੇ ਉਹਦੇ ਕੌਣ ਹੁੰਦਾ ਹੈ, ਕੋਈ ਹੋਰ ਹੁੰਦਾ ਹੈ। ਸੋ ਜਦੋਂ ਕੁਝ ਵੀ ਅਪ ਐਂਡ ਡਾਊਨ ਹੁੰਦਾ ਜਾਂ ਕੁਝ ਵੀ ਖਰਾਬ ਹੁੰਦਾ ਕਿਸੇ ਦਾ ਕੇਸ, ਸੋ ਉਹਦੇ 'ਚ ਤੁਸੀਂ ਖੁਦ ਆਪਣੇ ਜ਼ਿੰਮੇਵਾਰ ਮੰਨੇ ਜਾਂਦੇ ਹੋ। ਤੁਸੀਂ ਕਿਸੇ ਨੂੰ ਜ਼ਿੰਮੇਵਾਰੀ ਨਹੀਂ ਦੇ ਸਕਦੇ ਬਿਕੋਜ਼ ਜਿਹੜਾ ਤੁਹਾਡੀ ਫਾਈਲ ਆ ਰਿਹਾ ਹੁੰਦਾ ਉਹ ਉਸ ਫਾਈਲ ਲਾਉਣ ਦੇ ਅਲਾਉਏਬਲ ਨਹੀਂ ਹੁੰਦਾ ਜੀ। ਠੀਕ ਹੈ ਪੁਨੀਤ ਜੀ। ਤੁਸੀਂ ਆਲਵੇਜ਼ ਲਾਇਸੈਂਸ ਨੰਬਰ ਜਿਹੜਾ ਹੈ ਚੈੱਕ ਕਰ ਲਿਆ ਕਰੋ ਜਿਹੜਾ ਤੁਹਾਡਾ ਏਜੰਟ ਹੈ ਉਹ ਆਥੋਰਾਈਜ਼ਡ ਹੈ ਜਾਂ ਨਹੀਂ ਤੁਹਾਡੀ ਫਾਈਲ ਲਗਾਉਣ ਲਈ। ਜੀ, ਇਹ ਤੁਸੀਂ ਬਹੁਤ ਹੀ ਕੰਮ ਦਾ ਨੁਕਤਾ ਸਾਡੇ ਦਰਸ਼ਕਾਂ ਨੂੰ ਦੱਸਿਆ, ਇਹਦੇ ਲਈ ਬਹੁਤ ਬਹੁਤ ਧੰਨਵਾਦ। ਔਰ ਵੈਸੇ ਵੀ ਤੁਸੀਂ ਸਾਡੇ ਨਾਲ ਬਹੁਤ ਹੀ ਕੰਮ ਦੀ ਜਾਣਕਾਰੀ ਸਾਂਝੀ ਕੀਤੀ ਹੈ ਔਰ ਮੈਨੂੰ ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਇਹਦੇ ਤੋਂ ਬਹੁਤ ਜ਼ਿਆਦਾ ਸਹਾਇਤਾ ਮਿਲੂਗੀ। ਔਰ ਇਹਦੇ ਲਈ ਵੀ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਇਸ ਗੱਲ ਦੀ ਇਜਾਜ਼ਤ ਦਿੱਤੀ ਹੈ ਕਿ ਅਗਰ ਭਾਰਤ ਵਿੱਚ ਬੈਠੇ ਜਾਂ ਪੰਜਾਬ ਵਿੱਚ ਬੈਠੇ ਸਾਡੇ ਕੋਈ ਵੀਰ ਜਾਂ ਕੋਈ ਭੈਣ ਭਰਾ ਤੁਹਾਡੇ ਤੋਂ ਸੇਵਾ ਲੈਣੀ ਚਾਹੁੰਦੇ ਹੋਣ ਤਾਂ ਉਹ ਤੁਹਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹਨ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ।